बिस्मिल्लाहिर्रहमानिर्रहीम अस्सलाम वालेकुम। अज मैं बनाने लगी हाँ साग, देसी सरों का साग गंदना वाला। ਉਹਦੇ ਵਾਸਤੇ ਮੈਂ ਤਕਰੀਬਨ 3 ਕਿਲੋ ਹੋਊਗਾ, 3 ਕਿਲੋ ਸਾਗ ਹੋਊਗਾ। ਸਾਗ ਮੇਰਾ ਗਾँव ਚੋਂ ਆਇਆ ਵਾ, ਇਸ ਲਈ ਮੈਨੂੰ ਅੰਦਾਜ਼ਾ ਹੈ ਕਿ 3 ਕਿਲੋ ਹੋ ਜ਼ਿਆਦਾ ਹੋਊਗਾ। ਉਸ ਤੋਂ ਸਾਗ ਲਿਆ ਵਾ। ਇਹਦੇ ਵਾਸਤੇ ਇੰਨੇ ਕੁ ਮੇਥੇ ਲਿਆ ਵਾ ਜਿਹੜੇ ਮੈਂ ਅੱਗੋਂ ਅੱਗੋਂ ਸਿਰਫ ਤੋੜੂੰਗੀ, ਤੋੜ ਕੇ ਦੇ ਵਿੱਚ ਡਾਲੂੰਗੀ। ਥੋੜਾ ਜਿਹਾ ਬਾਥੂ ਲਿਆ ਵਾ, ਇਹਨੂੰ ਵੀ ਅੱਗੋਂ ਤੋੜੂੰਗੀ। ਬਸ ਜਿਹੜੇ ਪੱਤੇ ਸਹੀ ਸਹੀ ਹੋਣਗੇ ਉਹ ਤੋੜੂੰਗੀ। ਹਜੇ ਮੈਂ ਸਾਫ਼ ਨਹੀਂ ਕੀਤਾ, ਪਹਿਲਾਂ ਹੀ ਤੁਹਾਨੂੰ ਦਿਖਾਉਣ ਲੱਗੀ ਆ। ਇਹਨੂੰ ਸਾਫ਼ ਕਰਕੇ ਡਾਲੂੰਗੀ। 1.5 ਕਿਲੋ ਪਾਲਕ ਲਈ ਆ, 1.5 ਕਿਲੋ ਦੇ ਵਿੱਚ 1 ਕਿਲੋ ਪਾਲਕ ਰਹਿ ਜੂਗੀ। ਸਾਫ਼ ਸੂਫ ਕਰਕੇ ਬਿਲਕੁਲ ਅੱਛੀ ਤਰ੍ਹਾਂ 1 ਕਿਲੋ ਪਾਲਕ ਰਹਿ ਜੂਗੀ। ਹੁਣ ਮੈਂ ਇਹਨੂੰ ਸਾਫ਼ ਕਰੂੰਗੀ, ਸਾਰਿਆਂ ਨੂੰ ਅੱਛੀ ਤਰ੍ਹਾਂ ਪਹਿਲਾਂ ਸਾਫ਼ ਕਰੂੰਗੀ, ਫਿਰ ਮੈਂ ਇਹਨੂੰ ਕੱਟੂੰਗੀ। ਕੱਟ ਕੇ ਫਿਰ ਤੁਹਾਨੂੰ ਦਿਖਾਉਂਗੀ। ਇਹਨੂੰ ਕੱਟ ਕੇ ਅੱਛੀ ਤਰ੍ਹਾਂ ਫਿਰ ਜਦੋਂ ਪਕਾਉਂਗੀ ਨਾ, ਪਕਾਉਣ ਲੱਗੀ ਫਿਰ ਦਿਖਾਉਂ। ਹਜੇ ਇਹਦੇ ਵਿੱਚ ਮੈਂ ਮਤਲਬ ਹਰੇ ਪਿਆਜ਼ ਉਹਨਾਂ ਦੀਆਂ ਭੁੱਕਾਂ ਹੁਣ ਉਹ ਜ਼ਿਆਦਾ ਉਹ ਵੀ ਮਜ਼ਦੀਆਂ ਹੁੰਦੀਆਂ, ਮੈਨੂੰ ਮਿਲੀਆਂ ਨਹੀਂ ਦੀਆਂ ਇੱਥੋਂ ਨਾ, ਸਬਜ਼ੀ ਵਾਲੇ ਕੋਲ ਨਹੀਂ ਮਿਲੀਆਂ। ਉਹ ਕਹਿੰਦੇ ਕਿ ਨਹੀਂ ਹੈ ਨਹੀਂ ਦੀਆਂ। ਅਤੇ ਇਹ ਚੀਜ਼ਾਂ, ਇੰਨੀਆਂ ਚੀਜ਼ਾਂ ਨੂੰ ਮੈਂ ਪਹਿਲਾਂ ਸਾਫ਼ ਕਰੂੰ ਅੱਛੀ ਤਰ੍ਹਾਂ। ਸਾਗ ਵੀ ਸਹੀ ਸਾਫ਼ ਕੀਤਾ, ਹਜੇ ਸਾਗ ਵੀ ਸਾਫ਼ ਕਰੂੰਗੀ। ਸਾਫ਼ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ। ਦੇਸੀ ਸਰੋਂ ਦਾ ਸਾਗ ਆ, ਬਿਲਕੁਲ ਦੇਸੀ ਤਰੀਕੇ ਨਾਲ ਹੀ ਪਕਾਉਂਗੀ, ਜਿਵੇਂ ਪੰਜਾਬੀ ਪਕਾਉਂਦੇ ਹੁੰਦੇ, ਜਿਵੇਂ ਅਸੀਂ ਪਕਾਉਂਦੇ ਹਾਂ ਨਾ, ਉਵੇਂ ਪਕਾ ਕੇ ਤੁਹਾਨੂੰ ਦਿਖਾਉਂਗੀ ਕਿ ਸਾਗ ਕਿਵੇਂ ਪਕਾਈਦਾ। ਫਿਰ ਦੇਖਿਆ ਜੇ ਕਿਵੇਂ ਮਾਨੀ ਗਈ। ਸਾਗ ਮੈਂ ਕੱਟ ਕੇ ਐਨ ਅੱਛੀ ਤਰ੍ਹਾਂ ਪਹਿਲਾਂ ਸਾਫ਼ ਕੀਤਾ, ਸਾਫ਼ ਕਰਕੇ ਕੱਟ ਲਿਆ। ਕੱਟ ਕੇ ਹੁਣ ਮੈਂ ਖੁੱਲੇ ਬਰਤਨ 'ਚ ਪਾ ਕੇ ਇਹਨੂੰ ਧੋ ਲੂੰਗੀ। ਵੈਸੇ ਵੀ ਧੋ ਲਈਦਾ, ਅਗਰ ਤੁਸੀਂ ਸਾਬਤ ਹੀ ਧੋਣਾ, ਮਤਲਬ ਜਦੋਂ ਸਾਫ਼ ਕਰੋ ਸਾਫ਼ ਕਰਕੇ ਧੋ ਲਓ। ਅਤੇ ਕੱਟ ਕੇ ਵੀ ਧੋ ਲਈਦਾ। ਕੱਟ ਕੇ ਧੋਣਾ ਥੋੜ੍ਹਾ ਜਿਹਾ ਆਸਾਨ ਹੁੰਦਾ। ਕੱਟ ਕੇ ਧੋ ਕੇ ਫਿਰ ਥੋੜ੍ਹੀ ਦੇਰ ਬਸ ਉਹਨੂੰ ਬਣਾ ਲਓ, ਫਿਰ ਰੱਖ ਦਿਓ। ਮੈਂ ਇਹਨੂੰ ਐਵੇਂ ਕਰਕੇ ਸਾਰਾ ਧੋ ਲੂੰਗੀ। ਧੋ ਕੇ ਪਹਿਲਾਂ ਖੁੱਲੇ ਬਰਤਨ 'ਚ ਪਾ ਕੇ ਪਾਣੀ ਕੱਢ ਕੇ 2-3 ਦਫਾ ਐਨ ਅੱਛੀ ਤਰ੍ਹਾਂ ਸਾਫ਼ ਕਰੂੰਗੀ। ਫਿਰ ਇਹਨੂੰ ਜਾਲੀ ਵਾਲੀ ਟੋਕਰੀ 'ਚ ਡਾਲੂੰਗੀ। ਜਾਲੀ ਵਾਲੀ ਟੋਕਰੀ 'ਚ ਡਾਲ ਕੇ ਇਹਦਾ ਪਾਣੀ ਨਿਚੋੜ ਦੂੰਗੀ। ਫਿਰ ਤੁਹਾਨੂੰ ਅੱਗੇ ਦਿਖਾਉਂਗੀ, ਬਣਾਉਣ ਵਾਸਤੇ ਰੱਖੂੰਗੀ। ਅਤੇ ਅਜੇ ਫਿਲਹਾਲ ਮੈਂ ਸਾਗ ਧੋ ਲਾਂ ਅੱਛੀ ਤਰ੍ਹਾਂ ਇਹਨੂੰ ਨਾ, ਧੋ ਕੇ ਅਤੇ ਫਿਰ ਸਾਰਾ ਧੋ ਕੇ ਰੱਖ ਲੂੰਗੀ ਅੱਛੀ ਤਰ੍ਹਾਂ ਐਨ ਧੋ ਕੇ। ਇਸ ਤਰ੍ਹਾਂ ਕਰਕੇ ਨਾ ਪਾਣੀ ਇਹਦਾ ਸਾਰਾ ਕੱਢ ਦੂੰਗੀ ਇੱਕ ਦਫਾ। ਫਿਰ ਪਾਣੀ ਪਾਉਂਗੀ, ਫਿਰ ਧੋਉਂਗੀ ਅੱਛੀ ਤਰ੍ਹਾਂ, ਫਿਰ ਇਹਦਾ ਪਾਣੀ ਕੱਢ ਦੂੰਗੀ। 2-3 ਦਫਾ ਇਸ ਤਰ੍ਹਾਂ ਧੋ ਕੇ ਫਿਰ ਇਹਨੂੰ ਜਾਲੀ ਵਾਲੀ ਟੋਕਰੀ ਦੇ ਵਿੱਚ ਡਾਲ ਦੂੰਗੀ ਮੈਂ। ਫਿਰ ਇਹਦਾ ਥੋੜ੍ਹਾ ਪਾਣੀ ਨਿਕਲ ਜੂਗਾ, ਫਿਰ ਪਕਾਉਣਾ ਸ਼ੁਰੂ ਕਰੂੰਗੀ। ਬਿਸਮਿल्लाहिर्रहमानिर्रहीम। ਸਾਗ ਮੈਂ ਅੱਛੀ ਤਰ੍ਹਾਂ ਧੋ ਕੇ ਰੱਖ ਲਿਆ ਵਾ। ਨਾਲ ਹੀ ਪਾਣੀ ਗਰਮ ਰੱਖ ਦਿੱਤਾ ਸੀ, ਤਸਲੇ 'ਚ ਪਾ ਕੇ ਪਤੀਲੇ 'ਚ ਪਾਣੀ ਗਰਮ ਕਰਨਾ ਰੱਖ ਦਿੱਤਾ। ਪਾਣੀ ਗਰਮ ਹੋ ਗਿਆ ਵਾ। ਹੁਣ ਮੈਂ ਇਹਦੇ ਵਿੱਚ ਡਾਲ ਦਿੰਦੀ ਹਾਂ ਸਾਗ। ਸਾਗ ਵਿੱਚ ਡਾਲਦੀ ਹਾਂ, ਲੇਕਿਨ ਸਾਗ ਪਾਉਣ ਤੋਂ ਪਹਿਲਾਂ ਤੁਸੀਂ ਜਿਹਦੇ 'ਚ ਵੀ ਪਾਣੀ ਰੱਖੋਗੇ, ਪਾਣੀ ਨੂੰ ਗਰਮ ਕਰੋਗੇ। ਪਾਣੀ ਗਰਮ ਹੋਊਗਾ ਫਿਰ ਉਹਦੇ ਵਿੱਚ ਸਾਗ ਡਾਲੋਗੇ। ਅਗਰ ਤੁਸੀਂ ਸਾਗ ਧੋ ਕੇ ਗਿੱਲਾ ਗਿੱਲਾ ਡਾਲੋਗੇ ਤਾਂ ਫਿਰ ਪਾਣੀ ਥੋੜ੍ਹਾ ਕਮ ਰੱਖੋ, ਥੋੜ੍ਹਾ ਰੱਖੋ ਕਿ ਜਿਹਦੇ 'ਚ ਪਾਣੀ ਜ਼ਿਆਦਾ ਹੋ ਕੇ ਉਹਨੂੰ ਉਬਾਲਾ ਆ ਕੇ ਬਾਹਰ ਨਾ ਗਿਰੇ। ਅਤੇ ਪਾਣੀ ਫਿਰ ਗਿੱਲਾ ਹੁੰਦਾ, ਸਾਗ ਗਿੱਲਾ ਹੁੰਦਾ ਨਾ, ਇਹਦੇ ਇਸ ਲਈ ਪਾਣੀ ਥੋੜ੍ਹਾ ਰੱਖੋ। ਸਾਗ ਦਾ ਵੀ ਪਾਣੀ ਹੁੰਦਾ ਥੋੜ੍ਹਾ, ਸਾਗ ਵੀ ਪਾਣੀ ਛੱਡਦਾ ਵਾ, ਕਿਉਂਕਿ ਗਿੱਲਾ ਵੀ ਹੁੰਦਾ ਉਹ, ਕੁਛ ਹਰਾ ਹਰਾ ਸਬਜ਼ ਵੀ ਹੁੰਦਾ ਵਾ, ਨਰਮ ਨਰਮ ਹੁੰਦਾ ਉਹ ਸਾਰਾ, ਅਤੇ ਉਹ ਪਾਣੀ ਨਹੀਂ ਛੱਡਦਾ। ਇਸੇ ਤਰ੍ਹਾਂ ਮੈਂ ਸਾਗ ਦੇ ਵਿੱਚ ਦੂਸਰਾ ਵੀ ਧੋ ਕੇ ਡਾਲ ਦੂੰਗੀ। ਸਾਗ ਜਿਹੜਾ ਹੈ ਬਾਕੀ ਹੈ ਬਚਿਆ, ਧੋ ਕੇ ਉਹ ਵੀ ਡਾਲ ਦਿੰਦੀ ਹਾਂ ਨਾਲ ਹੀ। ਬਿਸਮਿल्लाहिर्रहमानिर्रहीम। ਮੈਂ ਸਾਰਾ ਸਾਗ ਧੋ ਕੇ ਤੇ ਡਾਲ ਦਿੱਤਾ। ਅਗਰ ਤੁਹਾਨੂੰ ਲੱਗੇ ਕਿ ਤੁਹਾਡਾ ਬਰਤਨ ਛੋਟਾ ਵਾ ਸਾਗ ਵਾਲਾ, ਮਤਲਬ ਵੀ ਉਹਦੇ 'ਚ ਪੂਰਾ ਨਹੀਂ ਡਲਿਆ, ਅਤੇ ਉਹਨੂੰ ਇੱਦਾਂ ਹੋਵੇ ਕਿ ਥੋੜ੍ਹਾ ਜਿਹਾ ਸਾਗ 1-2 ਉਬਾਲੇ ਆਉਣ ਤਾਂ ਸਾਗ ਨੀਚੇ ਹੋ ਜਾਂਦਾ ਹੁੰਦਾ। ਜਿੱਦਾਂ ਹੀ ਨੀਚੇ ਹੋ ਜਾਵੇ ਫਿਰ ਦੂਸਰਾ ਤੁਸੀਂ ਸਾਗ ਡਾਲ ਦਿਓ। ਫਿਰ ਉਹ ਨੀਚੇ ਹੋ ਜੂਗਾ, ਅਤੇ ਫਿਰ ਜਿਵੇਂ ਜਿਵੇਂ ਪੱਕਦਾ ਰਹੂਗਾ ਉਵੇਂ ਨੀਚੇ ਹੁੰਦਾ ਜਾਊਗਾ ਉਹ ਸਾਗ। ਜ਼ਿਆਦਾ ਨਹੀਂ ਫਿਰ ਹੋਊਗਾ, ਕਿਉਂਕਿ ਪੱਤੇ ਪੱਤੇ ਹੁੰਦੇ ਆ, ਮਾਸ਼ਾਅੱਲਾ ਹੋ ਜਾਂਦਾ। ਵੈਸੇ ਵੀ ਸਾਗ ਜ਼ਿਆਦਾ ਬਣਦਾ ਵਾ, ਇਸ ਲਈ ਵੀ ਹੋ ਜਾਂਦਾ ਵਾ ਕਿ ਜ਼ਿਆਦਾ ਪਤੀਲਾ ਹੋਵੇ ਜਾਂ ਮਤਲਬ ਮਿੱਟੀ ਦੀ ਹਾਂਡੀ ਹੋਵੇ, ਜਿਹੜੀ ਚੀਜ਼ 'ਚ ਵੀ ਤੁਸੀਂ ਬਣਾਓਗੇ ਉਹ ਫੌਰਨ ਹੀ ਉਹਦੇ 'ਚ ਹੋ ਜਾਂਦਾ ਕਿ ਭਰ ਗਈ ਆ ਉਹ। ਬਿਸਮਿल्लाहिर्रहमानिर्रहीम। ਹੁਣ ਮੈਂ ਇਹਦੇ 'ਚ ਨਮਕ ਡਾਲ ਦੂੰਗੀ। ਮੈਂ 2 ਚਮਚ ਨਮਕ ਦੇ ਡਾਲੇ ਆ। ਥੋੜ੍ਹਾ ਹੋਊਗਾ ਫਿਰ ਹੋਰ ਡਲ ਜੂਗਾ, ਜ਼ਿਆਦਾ ਨਾ ਹੋ ਜਾਵੇ ਨਾ, ਥੋੜ੍ਹਾ ਹੋਵੇ ਤਾਂ ਹੋਰ ਡਲ ਜਾਂਦਾ। 1 ਪਾਓ ਮੈਂ ਮਿਰਚਾਂ ਲਈਆਂ ਵਾ, ਸਬਜ਼ ਮਿਰਚਾਂ 1 ਪਾਓ ਸਬਜ਼ ਮਿਰਚਾਂ ਲਈਆਂ ਵਾ। ਇਹਨਾਂ ਨੂੰ ਹੁਣ ਮੈਂ ਧੋਊਂਗੀ। ਮਰਜ਼ੀ ਤੁਹਾਡੀ, ਤੁਸੀਂ ਕੁੰਡੀ ਦੇ ਵਿੱਚ ਕੁੱਟ ਸਕਦੇ ਆ, ਅਗਰ ਨਹੀਂ ਤਾਂ ਤੁਸੀਂ ਗ੍ਰੈਂਡ ਵੀ ਕਰ ਸਕਦੇ ਆ।
ग्राइंड करके भी विच डाल लो। अगर नहीं तुहाडे कोल भी नहीं है तो छोटियां छोटियां बरीक बरीक कट्टो, कट के विच डाल दिओ, फिर भी ये गल जांदियां मिर्चां। बेशक दो दो करके हिस्से ना इन्नियां बरीक करो, दो दो हिस्से करके भी डाल दो, लेकिन ये कि उन्हां दे उपर वाले जिहड़े छिलड़े होंदे आ ना ये रह जाते हैं। जो तुम बरीक कटोगे तो फिर वो नहीं मालूम होंगे, जो मतलब साग नूं घोटा लाओगे फिर सही हो जाने। तो जो तुम इन्हों ग्राइंड कर लोगे फिर भी सही होंगे, फिर भी अगर कुंडी च कुटोगे या ग्राइंड कर लोगे जो भी करोगे इन्हूं। जे नहीं तो नहीं तुम ग्राइंड भी नहीं करोगे, कुटोगे भी नहीं, तो इन्हों के इन्ने इन्ने हिस्से करके मतलब एडे एडे हिस्से करके तो इन्हों कुंडी च डाल ये डाल सकते हैं साग दे। आपे ही गल जाता जिमें साग गलूगा उवें। मैं तो साग पकाउंदी तकरीबन मैं 3-4 घंटे मैं दोपहर तो ही रख देनी हुंदी साग पकना। जिद्दन मैं साग पकाना हो 12-1 बजे तो ही साग पकना रख देनी, फिर शाम तक थोड़ी थोड़ी अग ते पकता रहिंदा। तो माशाअल्लाह इन्ना सोहना गल जाता है ना, बहुत ज़्यादा, क्योंकि पंजाबियों का साग हुंदा ना, तो पंजाबी साग दे वैसे ही बहुत शौकीन हुंदे आ, इसलिए वो साग पकाउंदे भी बहुत मज़े दा है। तो माशाअल्लाह बहुत मज़े दा बनदा। हजे फिलहाल मैं इहदे च सब्ज़ धनिया नहीं डालिया, वो मैंने मिलिया नहीं सीगा। हुण मैं बेटे नूं कहा कि मैनूं बाहरों सब्ज़ धनिया लिया के दे, वो मैं जिवें ही आऊगा मैं तुहानूं दिखाऊंगी, कट के वो धो के विच डालूंगी फिर। तो साग इंशाअल्लाह बहुत मज़े दा बनूगा इंशाअल्लाह। हुण मैं इहदे च मिर्चां धो के डालूंगी, मैं ग्राइंड करके डाल लूँगी, क्योंकि कुटनियाँ थोड़ियां जिहियां मुश्किल हो जांदियां वा ते ग्राइंड करनियां आसान हुंदियां। वो करके बहुतियां बरीक नहीं करूँगी, दरमियानियां जिहियां करके इहदे विच डाल दूँगी साग दे। तो फिर आपे गलदा रहूगा नाल नाल, जिवें जिवें गलदा रहूगा तुसीं इहनूं हिला 1-2 दफ़ा 4 दफ़ा आहिस्ता आहिस्ता करके इहनूं नीचे दबा दिओगे कि इहदा पानी उपर गिरे ना। बस साग दा पानी ना गिरे ना, चुल्हियां ते गिरे ना, चुल्हे भी खराब होण तो पानी भी गिर गिर के ते उहदा थोड़ा हो जाए। अगर तुहानूं लगे कि गलिया नहीं दा तो फिर भी तुसीं भी इहदे साग नहीं साडा गलिया हजे तो पानी खत्म हो गया, फिर तुसीं इदां करो कि उन्नूं पानी नूं उबालो, अलहदा उबाल के तो उहदे विच पा दिओ साग दे, फिर वो आपे गल जूगा, उहदे नाल गल जूगा, पानी ज़्यादा हो जूगा फिर गल जूगा। बिस्मिल्लाहिर्रहमानिर्रहीम। मिर्चां मैं ग्राइंड कर लिया, हुण मैं इन्हां नूं पा दिन्नी विच। मैं साग भी मेरा रिझण लग गया वा। हुण मैं इहदे ते थोड़ा जिहा ढक्कन मतलब पूरा बंद नहीं करूँगी, थोड़ा जिहा टेढ़ा करके इहदे ते ढक्कन दूँगी, इसलिए कि इहदा जिद्दां जे बंद करूँगी तो इहदा पानी उबल के गिरूगा। मिर्चां नूं ऐन अच्छी तरह विच मिक्स कर देनी। नमक मैं पहलों डाल दिता सी, मर्जी है तुहाडी मिर्च अगर तुसीं कुंडी च पा के कुटोगे तो उदां तां कुटी नहीं जाओगी नमक तो बगैर। ਉਹਦੇ 'ਚ ਨਮਕ डालोगे ਤੁਸੀਂ, नमक डाल के फिर ਉਹਦੇ 'ਚ कुट के डाल दोगे ਇਹਦੇ 'ਚ। मैं उवें डाल दिता वा ते डाल के फिर मैं मिर्चां दोबारा ग्राइंड करके डालतियां ਇਹਦੇ 'ਚ। ਹੁਣ साग पकन लग गया वा, ਇਹਨੂੰ ਹੁਣ मैं ਇਹਦੇ 'ਤੇ थोड़ा ਜਿਹਾ करके जिवें ही साग पकन लग जूगा इवें ही ਹੁਣ मैं ਇਹਦੇ 'ਤੇ थोड़ा ਜਿਹਾ करके ਐਵੇਂ करके ढक्कन दे दूँगी, इसलिए कि ਇਹਦਾ नज़र भी आउंदा रहे, पकदा नज़र आउंदा रहे। थोड़ी थोड़ी देर बाद आन के चैक भी करूँगी ਇਹਨੂੰ। दूसरी गल कि ਇਹਦੇ नीचे अग थोड़ी थोड़ी कर दूँगी, काफ़ी हद तक थोड़ी कर दूँगी, बहुती भी थोड़ी नहीं करूँगी कि जिवें दम देने वाले चावलों की हुंदी एवें करूँगी, थोड़ी कम कर दूँगी। ऐसा ऐसा ये पकदा रहूगा, तकरीबन 3-4 घंटे पकूगा, फिर मैं इहनूं कुटूँगी। हजे मैं इहदे च धनिया डालना, धनिया मैं कट के धो के फिर तुहानूं दिखाऊँगी डालन लगी। हुण मैं धनिया मंगवा के कट्टिया, कट के ते ओह विच डाल दी, लेकिन धनिया नाल ही डाल दईदा वा। जदों साग तुसीं बनाओगे उदों नाल ही कट के नाल ही डाल दईदा। मैनूं मिलिया नहीं सीगा इत्थों, फिर मैं बाज़ारों मंगवाया। मैं सब्जी वाले को मिलिया नहीं सी धनिया, इसलिए फिर मैंने थोड़ी लेट हो गया, मैं बाज़ारों मंगवाया कोई, लेकिन कोई गल नहीं, पक जाऊगा नाल ही गल जूगा अच्छी तरह ये। फिर मंगवा के मैं नाल ही डालता हूँ। रहमानिर्रहीम। साग मेरा गल गया बिल्कुल अच्छी तरह एन गल गया वा, देखो बिल्कुल गल गया। हुण इहनूं मैं घोट लूँगी। आ मेरी मतलब घोटन वास्ते आ। ਤੁਹਾਡੀ ਜ਼ੁਬਾਨ 'ਚ ਤਾਂ ਪਤਾ ਨਹੀਂ ਕੀ ਕਹਿੰਦੇ ਹੋਊਗਾ, ਲੇਕਿਨ ਸਾਡੀ ਜ਼ੁਬਾਨ 'ਚ ਇਹਨੂੰ ਘੋਟਣੀ ਕਹਿੰਦੇ ਆ। ਸਾਗ ਘੋਟਣ ਵਾਲਾ ਘੋਟਣਾ ਕਹਿੰਦੇ ਇਹਨੂੰ। ਇਹਨੂੰ ਮੈਂ ਚੱਲ ਪੰਜਾਬੀ 'ਚ ਇਹਨੂੰ ਘੋਟਣੀ ਕਹਿੰਦੇ ਆ। ਮੈਂ ਹੁਣ ਇਹਨੂੰ ਇਸ ਤਰ੍ਹਾਂ ਘੋਟ ਲੂੰਗੀ ਐਨ ਅੱਛੀ ਤਰ੍ਹਾਂ, ਫਿਰ ਆਟਾ ਭੁੰਨਦੀ ਹਾਂ ਨਾਲ ਹੀ। ਆਟਾ ਭੁੰਨ ਕੇ ਤੇ ਫਿਰ ਉਹ ਵੀ ਦਿਖਾਉਂਗੀ ਨਾਲ, ਘੋਟਦੇ ਵਿੱਚ ਆਟਾ ਵੀ ਪਾਉਂਗੀ ਉਹਦੇ ਵਿੱਚ। आटा तो बगैर तो नहीं बनता साग, उदा तो पानी अड तो साग अड तुरया फिरदा रहिंदा।
बिस्मिल्लाहिर्रहमानिर्रहीम। तवा मेरा गर्म हो गया। तवा मैं उत्ते रखा सी, तवा तकरीबन गर्म हो गया। ये उत्ते हम मैं आटा भुनूंगी। बिस्मिल्लाहिर्रहमानिर्रहीम। तवा मैं उत्ते रखा सी, लेकिन उहदे बहुत ज़्यादा घ्यो लगा वा, इसलिए नहीं उहदे ते आटा नहीं भुनिया जाना सही तरह। फ्राई पैन दे विच मैं हुण आटा डालूंगी। ये मतलब 3 मुठियां डालूंगी आटे दी। अगर ज़्यादा होगा तो खैर बच जूगा, तो आटे दे विच भी डालिया जा सकता वा। नहीं भी डालूंगी आटे च, तो कुछ नहीं होंदा। थोड़ा जिहा भुज्जा होया आटा आटे च डाल जू तो कुछ नहीं होंदा। मैं तो डाल लेनी होनी। अगर साग ज़्यादा होगा तो ज़्यादा पाऊँगी, अगर थोड़ा होगा तो थोड़ा आटा पाऊँगी। उतना ही नहीं होगा कि जितना आटा एक ही दफ़ा बनाऊँगी उतना ही पाऊँगी। हम इन्हें मैं भुनूँगी है पहले अच्छी तरह। बस जो हल्का जहा भुज जूगा ना उदों बंद कर दूँगी। फिर अग थले हल्का हल्का लाल हो जूगा जो, उदों इन बंद कर दूँगी। ज़्यादा नहीं भुनूँगी कि साड़ी ना जाए। फ्राई पैन जो गर्म हो जाए उदों हल्की आंच कर देनी। हल्की आंच ते सही भुनिया जाऊगा, नहीं तो ज़्यादा आंच हुई तो सड़ जूगा। बिस्मिल्लाहिर्रहमानिर्रहीम। आटा मेरा भुज गया वा। बस इस तो ज़्यादा नहीं भुनूँगी, इन्ना ही भुनूँगी। आटा भुज गया वा, हन इन मैं उतार लेनी है। बिस्मिल्लाहिर्रहमानिर्रहीम। हुण मैं साग घोट दी। थोड़ा घोटिया सी अगे पहलों अच्छी तरह। ये थोड़ा पानी है ना, इसलिए इदा नहीं मुँह घोटिया जा सकता। हुण ये डालूंगी ना आटा, गर्म गर्म ही आटा डालूंगी। ये ठंडा करके नहीं डालूंगी। बिस्मिल्लाहिर्रहमानिर्रहीम। यार देखिए थोड़ा थोड़ा करके आटा डालूंगे, थोड़ा थोड़ा डाली जाऊंगे, थोड़ा थोड़ा। मेरा साग माशाल्लाह ज़्यादा है ना, मैं फिर ज़्यादा ही ये डालूंगी। 2-3 चम्मच डालूंगी आटे से। 3 चम्मच तो डालूंगी क्योंकि साग ज़्यादा है। माशाल्लाह एन घुट जाता होंगे, इन्ना सोहना मलाई तरह हो जाता घुट के साग। साग का मज़ा ही फिर आता वा, पकाने का भी ते खाने का भी। क्योंकि पंजाबियों वास्ते साग बहुत मज़े का बनया हो तो बहुत होंदा है। नीचे हल्की हल्की अग भी मचदी है, तो नाल नाल घुटता भी जाता। हजे थोड़ा जिहा 1 चम्मच आटे का 2 किलो डाले, 1 होर डालूंगी। बस इन्ना की डालूंगी, होर ज़्यादा चम्मच भर के नहीं डालूंगी। मैं सारा इसे नाल ही घोटूंगी, घोटने नाल ही सारा। ग्राइंडर च भी नहीं घोटूंगी, तो होर भी दूसरी मशीन नाल भी नहीं घोटूंगी। किसी चीज़ नाल नहीं, सिर्फ लकड़ी दे नाल ही घोटूंगी। बिस्मिल्लाहिर्रहमानिर्रहीम। साग मेरा घुट गया है ना अच्छी तरह। थोड़ी मेहनत तो करनी पैंदी है साग बनाने वास्ते। साग बनाने लिए काफ़ी मेहनत करनी पैंदी है, तो लेकिन माशाल्लाह बनता बहुत अच्छा है। साग घोट लिया मैं बिल्कुल, देख
ਐਨ ਹੋ ਗਿਆ, ਜ਼ਰਾ ਨਹੀਂ ਦਾ ਉਹ ਹੋਇਆ ਕਿ ਪਾਣੀ ਅੱਡ ਤੇ ਸਾਗ ਅੱਡ ਹੋਵੇ, ਬਿਲਕੁਲ ਵੀ ਨਹੀਂ ਦਾ। ਮੈਂ ਇਹਨੂੰ ਥੋੜੀ ਦੇਰ ਲਈ ਇਹਨੂੰ ਅੱਗ ਤੇ ਪਕਾਉਂਗੀ, ਕਿਉਂਕਿ ਮੈਂ ਆਟਾ ਭੁੰਨ ਕੇ ਪਾਇਆ, ਫਿਰ ਵੀ ਭੁੰਨ ਕੇ ਪਾਉਣ ਦੇ ਬਾਵਜੂਦ ਵੀ ਇਹਨੂੰ ਥੋੜੀ ਦੇਰ ਅੱਗ ਤੇ ਪਕਾਉਂਗੀ। ਨਾਲ ਨਾਲ ऐसा ऐसा घोटी जाऊंगी। घोट तो लिया वा मैं अच्छी तरह, लेकिन थोड़ा थोड़ा ऐसा ऐसा घोटी जाऊंगी, फिर भी नीचे ना लग जाए जड़ा। बिस्मिल्लाहिर्रहमानिर्रहीम। अग तो मैं थोड़ी देर पका लिया वा, बस 2 मिनट या 3 मिनट पकाया, क्योंकि आटा मैं भुन के पाया सीगा। नाल नाल अग नीचे मचदी सी जो मैं घोटदी सी, और नाल नाल पकदा भी जांदा सी। हुण मैं फिर भी 2-3 मिनट वास्ते पका लिया, 3 मिनट मैं पकाया उत्ते रख के। हुण मैं बस इहनूं बंद कर दी। हुण मैं बनाऊंगी मक्खन। साग दे नाल मक्खन ना होवे तो फिर मज़ा ही नहीं आउंदा। हुण बनाऊंगी मक्खन, मैं वो भी तुहानूं दिखाऊंगी कि किद्दां बनाऊंगी। बस साग घोट के बंद करता। हम पहले मैं मक्खन बनाऊंगी, फिर तुहानूं तड़का लाउणा भी दिखाऊंगी कि किवें तड़का लाईदा। अगर तुसीं ताज़ा साग नाल कल्ला मक्खन ला के नाल खाओगे तो उसदा मज़ा ही कुछ होर आ। तड़का ला के बाद विच तड़का ला के भी खाओगे। अस्सलाम वालेकुम। हुण मैं लगी मक्खन बनाउण। साग मैं बना लिया वा, साग बना के रख दिता। हुण मैं बनाऊंगी मक्खन। मक्खन मैं मलाई जमा करके रखी सी। दूध मैं गर्म कर दी, गर्म करके जिहड़ी मलाई हुंदी है मैं जमा करके फ्रीजर च रख लैनी है। फिर वह मैं मक्खन बना लैनी है। साग पकाओ, साग दे नाल मक्खन ना होवे तो मज़ा ही नहीं गा। हुण मैं साग दे नाल मक्खन बनाऊंगी, फिर इहनूं मैं थोड़ा थोड़ा करके बनाऊंगी। इक्के बारी सारा नहीं पाया जाऊगा ना, अजे तो बर्फ ही जम्मी है। बिस्मिल्लाहिर्रहमानिर्रहीम। मलाई मैं डाल ली है जग दे विच। हुण मैं इहदे च 1 कप पानी दा डालूंगी, क्योंकि मलाई ठंडी सीगी, काफ़ी ठंडी सीगी। हुण मैं इहदा बनाऊंगी मक्खन। बिस्मिल्लाहिर्रहमानिर्रहीम। बिस्मिल्लाहिर्रहमानिर्रहीम। मक्खन मेरा बिल्कुल बन गया, तैयार हो गया बन के। तकरीबन बर्फ़ जमी हुई सी ना इहदे विच, तां अगर बर्फ़ ना जमी होवे फिर तो 5-4 मिनट लगदे आ, फटाफट मक्खन बन जांदा। इहदे च बर्फ़ जमी सी, इसलिए मैनूं 6-7-8 मिनट चलाउणे पे तां जाके बने। हुण इहनूं मैं निकाल लूँगी। लस्सी अलहदा हो जूदी, मक्खन अलहदा हो जूदा। माशाल्लाह। मलाई जमा करो आपदे घर दे, बस दुध आया गर्म किया, गर्म करके तो मलाई मलाई उतार के फ्रीजर च रखी जाओ। फ्रीजर च जो जरूरत पवे मक्खन की उदों आराम नाल कड्डो, मक्खन बना लो। मैं तो इदां ही करदी हाँ, जो मैनूं जरूरत पवे मक्खन की, मैं मलाई जमा मेरी कीती हुंदी है, कड्डदी है मक्खन बना लैनी है। मैं साग बनाया, साग दे नाल मक्खन बना लिया। वैसे भी हुण सर्दियां आ गईयां, साग बनिया करूगा या कोई भी चीज़ मतलब बनिया करूगी, फिर उहदे नाल मक्खन जरूर होगा खाण वास्ते। बिस्मिल्लाहिर्रहमानिर्रहीम। मक्खन मेरा बन के बिल्कुल तैयार हो गया वा, अच्छी तरह बन गया वा। हुण मैं इहदे नाल तुहानूं साग दिखाउणी आ नाल इहदे। ते अगर मेरी वीडियो पसंद आए लाइक करना, शेयर करना, सबसक्राइब करना। अल्लाह हाफिज़। बिस्मिल्लाहिर्रहमानिर्रहीम। मेरा साग तैयार हो गया बन के, मक्खन भी तैयार हो गया। पंजाबी लोग एवें खांदे आ खाना कि साग बनिया, ताज़ा साग दे नाल मक्खन होना जरूरी आ। मक्खन होवे या देसी घी होवे, ये 2 चीज़ां जरूरी आ। उस तो बाद फिर तुहानूं तड़का ला के भी दिखाऊंगी कि तड़का इहनूं किवें लाईदा वा। हुण इहदे विच साग च मक्खन डालांगे, मक्खन डाल के फिर खाना खावांगे, फिर तुहानूं तड़का ला के दिखाऊंगी कि तड़का किवें साग नूं लाईदा वा। अगर मेरी वीडियो पसंद आए लाइक करना, शेयर करना, सब्सक्राइब करना। अल्लाह हाफिज़। बिस्मिल्लाहिर्रहमानिर्रहीम। अस्सलाम वालेकुम।
ਹੁਣ ਮੈਂ ਸਾਗ ਨੂੰ ਤੁਹਾਨੂੰ ਤੜਕਾ ਲਾ ਕੇ ਦਿਖਾਉਣੀ ਆ। ਉਹਦੇ ਵਾਸਤੇ ਮੈਨੂੰ ਚਾਹੀਦਾ ਹੈਗਾ ਇੱਕ ਸਾਗ ਬਣਾ ਲਿਆ ਸੀ, ਬਣਾ ਕੇ ਅੱਛੀ ਤਰ੍ਹਾਂ ਕੋਟ ਕੇ ਮੈਂ ਰੱਖ ਲਿਆ ਸੀਗਾ, ਤੁਹਾਨੂੰ ਦਿਖਾਇਆ ਸੀ ਮੈਂ। ਹੁਣ ਮੈਂ ਉਹਨੂੰ ਤੜਕਾ ਲਾਉਣੀ ਆ। ਉਹਦੇ ਵਾਸਤੇ ਮੈਨੂੰ ਇੱਕ ਛੋਟਾ ਜਿਹਾ ਪਿਆਜ਼ ਚਾਹੀਦਾ ਵਾ, ਛੋਟਾ ਜਿਹਾ ਪਿਆਜ਼ ਕੱਟਿਆ ਵਾ ਮੈਂ, ਬਹੁਤ ਛੋਟਾ। ਅਗਰ ਸਬਜ਼ ਪਿਆਜ਼ ਮਿਲ ਜਾਣ ਤਾਂ ਫਿਰ ਤਾਂ ਹੋਰ ਹੀ ਮਜ਼ੇ ਹੋ ਜਾਂਦੇ ਆ ਕਿ ਬਹੁਤ ਅੱਛਾ ਹੁੰਦਾ। ਛੋਟਾ ਜਿਹਾ ਪਿਆਜ਼ ਕੱਟਿਆ ਅਤੇ 2-3 ਸਬਜ਼ ਮਿਰਚਾਂ ਕੱਟੀਆਂ ਵਾ। 2 ਮਿਰਚਾਂ ਜ਼ਾਇਕੇ ਵਾਸਤੇ ਹੁੰਦੀਆਂ। ਅਗਰ ਮਿਰਚ ਸਹੀ ਹੈ ਤੁਹਾਡੇ ਫਿਰ ਤੁਸੀਂ ਇੱਕ ਅੱਧੀ ਮਿਰਚ ਕੱਟ ਕੇ, ਇੱਕ ਮਿਰਚ 2 ਮਿਰਚਾਂ ਕੱਟ ਕੇ ਪਾ ਲਓ ਜ਼ਾਇਕੇ ਵਾਸਤੇ। ਅਗਰ ਥੋੜ੍ਹੀਆਂ ਤਾਂ ਫਿਰ ਤੁਸੀਂ ਜ਼ਿਆਦਾ ਵੀ ਕੱਟ ਕੇ ਪਾ ਸਕਦੇ ਆ। ਉਹਦੇ ਵਾਸਤੇ ਮੈਂ 2-3 ਮਿਰਚਾਂ ਕੱਟੀਆਂ ਸਬਜ਼, ਧਨੀਆ ਸਬਜ਼ ਕੱਟਿਆ ਵਾ। ਹੋਰ ਇਹਦੇ ਵਿੱਚ ਹੀ ਥੋੜ੍ਹਾ ਜਿਹਾ, ਇਹਦੇ ਵਿੱਚ ਹੀ ਮੈਂ ਕੱਟ ਲਿਆ ਥੋੜ੍ਹਾ ਜਿਹਾ ਲਸਣ ਦੀਆਂ, ਸਬਜ਼ ਲਸਣ ਦੀਆਂ ਸੀਗੀਆਂ, ਮਤਲਬ ਉਹ ਜਿਹੜੀਆਂ ਭੁੱਕਾਂ ਹੁੰਦੀਆਂ ਉਹ ਸੀ। ਅਗਰ ਲਸਣ ਨਹੀਂ ਹੈਗਾ ਤਾਂ ਤੁਸੀਂ ਦੂਸਰਾ ਲਸਣ ਡਾਲ ਸਕਦੇ ਆ, ਲੇਕਿਨ ਤਾਜ਼ਾ ਸਾਗ ਦੇ ਵਿੱਚ ਨਹੀਂ ਦਾ ਮੈਂ ਨਹੀਂ ਡਾਲਦੀ ਹੁੰਦੀ ਲਸਣ ਅਦਰਕ। ਜਦੋਂ 2-4 ਦਿਨ ਫਰੀਜ਼ਰ 'ਚ ਰੱਖੋ, ਦੁਬਾਰਾ ਕੱਢ ਕੇ ਤੜਕਾ ਲਾਓ, ਫਿਰ ਮੈਂ ਉਹਦੇ 'ਚ ਲਸਣ ਅਦਰਕ ਡਾਲਦੀ ਹੁੰਦੀ ਹਾਂ। ਲਸਣ ਵੀ ਅਦਰਕ ਵੀ ਫਿਰ ਡਾਲਦੀ ਹੁੰਦੀ। ਅਗਰ ਤੁਹਾਡੀ ਮਰਜ਼ੀ ਹੈ ਤਾਂ ਤੁਸੀਂ ਡਾਲ ਲਵੋ, ਤਾਜ਼ਾ ਪਕਾਉਂਦੇ ਸਾਰੀ ਤੁਸੀਂ ਡਾਲਣਾ ਹੈ ਅਤੇ ਡਾਲ ਲਵੋ, ਉਹ ਆਪਦੀ ਮਰਜ਼ੀ ਹੁੰਦੀ ਹੈ। ਹੁਣ ਮੈਂ ਉਹਨੂੰ ਪਕਾਉਣਾ ਸ਼ੁਰੂ ਕਰਦੀ, ਬਣਾਉਣਾ ਸ਼ੁਰੂ ਕਰਦੀ। ਪਤੀਲੇ 'ਚ ਮੈਂ ਘਿਓ ਪਾ ਲਿਆ ਵਾ। ਹੁਣ ਮੈਂ ਘਿਓ ਨੂੰ ਗਰਮ ਹੋਣ ਦਊਂਗੀ ਥੋੜ੍ਹਾ। ਘਿਓ ਗਰਮ ਹੋ ਗਿਆ, ਇਹਦੇ ਵਿੱਚ ਮੈਂ ਪਿਆਜ਼ ਡਾਲਦੀ ਹਾਂ। ਪਿਆਜ਼ ਥੋੜ੍ਹੇ ਜਿਹੇ ਬਰਾਊਨ ਹੋਣ ਦਊਂਗੀ, ਜ਼ਿਆਦਾ ਨਹੀਂ, ਕਾਲੇ ਨਹੀਂ ਕਰੂੰਗੀ ਜ਼ਿਆਦਾ, ਥੋੜ੍ਹੇ ਜਿਹੇ ਕਰੂੰਗੀ ਬਸ। ਬਿਸਮਿल्लाहिर्रहमानिर्रहीम। ਪਿਆਜ਼ ਥੋੜ੍ਹੇ ਥੋੜ੍ਹੇ ਬਰਾਊਨ ਹੋ ਗਏ। ਹੁਣ ਮੈਂ ਇਹਦੇ ਵਿੱਚ ਪਾਉਂਗੀ ਸਬਜ਼ ਮਿਰਚਾਂ। अगर नमक कम हो तो फिर नमक डाल लेना, अगर नमक सही हो फिर ना डालना नमक। अगर मतलब साग ਦੇ ਵਿੱਚ ਹੋਇਆ ਕਿ ਥੋੜਾ ਹੈ ਨਮਕ, ਤੇ ਫਿਰ ਤੁਸੀਂ ਜਦੋਂ ਮੈਂ ਤੜਕਾ ਲਾਉਂ ਉਦੋਂ ਹੀ ਵਿੱਚ ਡਾਲ ਲਓ, ਨਮਕ ਵੀ ਡਾਲ ਲਵੋ, ਫਿਰ ਨਮਕ ਵੀ ਡਾਲ ਸਕਦੇ ਹੋ ਤੁਸੀਂ। ਅਗਰ ਨਹੀਂ ਤਾਂ ਫਿਰ ਸਹੀ ਆ, ਫਿਰ ਨਾ ਡਾਲੋ, ਫਿਰ ਸਹੀ ਆ ਉੱਦਾਂ ਹੀ। ਆਪਦੀ ਮਰਜ਼ੀ ਹੁੰਦੀ। ਘਿਓ ਵੀ ਆਪਦੀ ਮਰਜ਼ੀ ਆ। ਅਗਰ ਤੁਸੀਂ ਐਲ ਖਾਂਦੇ ਆ, ਘਿਓ ਨਹੀਂ ਖਾਂਦੇ, ਐਲ ਵੀ ਡਾਲ ਕੇ ਤੜਕਾ ਲਾ ਲਈਦਾ ਵਾ, ਬਹੁਤ ਅੱਛਾ ਬਣਦਾ। ਐਲ ਡਾਲ ਕੇ ਵੀ ਤੜਕਾ ਲਾਓ, ਘਿਓ ਡਾਲ ਕੇ ਵੀ ਤੜਕਾ ਲਾ ਲਓ, ਐਲ ਡਾਲ ਕੇ ਲਾ ਲਓ, ਦੇਸੀ ਘਿਓ ਲਾ ਲਓ, ਜਿਹੜੀ ਚੀਜ਼ ਨਾ ਮਰਜ਼ੀ, ਜਿਹੜੀ ਚੀਜ਼ ਮਰਜ਼ੀ, ਮਤਲਬ ਜਿਹੜਾ ਮਰਜ਼ੀ ਘਿਓ ਡਾਲ ਕੇ ਲਾ ਲਓ। ਕਈ ਲੋਕ ਬਿਲਕੁਲ ਨਹੀਂ ਨਾ ਘਿਓ ਖਾਂਦੇ, ਉਹ ਐਲ ਹੀ ਖਾਂਦੇ ਆ, ਘਿਓ ਜ਼ਰਾ ਵੀ ਨਹੀਂ ਖਾਂਦੇ। ਐਲ ਡਾਲ ਕੇ ਵੀ ਤੜਕਾ ਲਾਇਆ ਜਾ ਸਕਦਾ। ਹੁਣ ਮੈਂ ਇਹਦੇ ਵਿੱਚ ਡਾਲ ਦਿੰਦੀ ਧਨੀਆ। लसन थोड़ा जहा सब्ज से मेरे को, मैं वो डाल दिता वो धनिए भी कट लिया, मैं याद भुल गया कि तो मैं धनिए भी कट लिया। तो हम मेरे को बाकी मैं अदरक नहीं डालिया, अदरक लसन दूसरे खुशक जोड़ा सुक्का लसन का वो डालो, तो अदरक नाल डाल लो। फिर हम मैं बस साग डाल दूँगी। साग तुहाडी मर्जी, जिन्ने मर्जी जिन्ना खाना उन्ने तड़का ला लो, बाकी जो खाना उदों तड़का ला लो। सर्दियाँ है, सर्दियाँ तो वैसे भी साग पका के अगर तुम फ्रीजर रख लवो तो 10-15-20 दिन आराम नाल जो दिल किया उदों कड्डो, तड़का लाओ तो खा लो। बल्कि सुबह के नाश्ते च बहुत मज़ा आउंदा हुंदा खाण दा। बिस्मिल्लाहिर्रहमानिर्रहीम। साग में मेरे तड़का लग गया वा, बिल्कुल ਐਨ सही तरह बन गया वा। मैं घ्यो इसलिए कम पाया थोड़ा जिहा कि नाल मक्खन आ। जे तो नहीं मक्खना होवे फिर घ्यो तुसीं ज़्यादा भी डाल सकते हो घ्यो दे ਉਹਦੇ ਨਾਲ। मैं सुबह का इसलिए कहा कि सुबह ਨੂੰ ਜਦੋਂ नाश्ता करते परौठा बनाया होवे मज़े मज़े का, फिर नाल साग होवे, फिर बहुत मज़ा आउंदा खाण दा सुबह के नाश्ते 'ਚ। ਹੁਣ साग मेरा बिल्कुल बन गया, तैयार हो गया वा। बिस्मिल्लाहिर्रहमानिर्रहीम। साग बन के बिल्कुल तैयार हो गया वा।
ਅੱਛੀ ਤਰ੍ਹਾਂ ਐਨ ਤੜਕਾ ਲੱਗ ਗਿਆ ਵਾ ਮਾਸ਼ਾਅੱਲਾ। ਅੱਛਾ ਲੱਗਦਾ ਵਾ ਦੇਖਣ ਨੂੰ, ਤਾਂ ਅੱਛਾ ਲੱਗਦਾ, ਖਾਇਆ ਪਤਾ ਲੱਗੂਗਾ, ਖਾਵਾਂਗੇ ਤੇ ਫਿਰ ਕਿਦਾਂ ਦਾ। ਅਗਰ ਮੇਰੀ ਵੀਡੀਓ ਪਸੰਦ ਆਏ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪਹਿਲਾਂ ਮੈਂ ਤੁਹਾਨੂੰ ਸਾਗ ਦੇ ਵਿੱਚ ਮੱਖਣ ਡਾਲ ਕੇ ਸਾਗ ਉਹ ਦਿਖਾਇਆ ਸੀਗਾ ਤੁਹਾਨੂੰ, ਹੁਣ ਮੈਂ ਤੁਹਾਨੂੰ ਤੜਕਾ ਲਾ ਕੇ ਦਿਖਾ ਰਹੀ ਹਾਂ ਸਾਗ। ਅਗਰ ਮੇਰੀ ਵੀਡੀਓ ਪਸੰਦ ਆਏ, ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਜ਼ਰੂਰ। ਮੈਨੂੰ ਸਾਗ ਇੱਦਾਂ ਬਣਾ ਕੇ ਜ਼ਰੂਰ ਕਮੈਂਟ ਕਰਨਾ, ਦੱਸਣਾ ਜ਼ਰੂਰ ਕਿ ਕਿਵੇਂ ਦਾ ਬਣਿਆ। ਮਾਸ਼ਾਅੱਲਾ ਬਹੁਤ ਅੱਛਾ, ਬਹੁਤ ਮਜ਼ੇ ਦਾ ਬਣਦਾ ਸਾਗ। ਇਹ ਇੱਦਾਂ ਬਣਾਓ, ਅਤੇ ਪੰਜਾਬੀਆਂ ਦਾ ਸਾਗ ਬਹੁਤ ਮਜ਼ੇ ਦਾ ਹੁੰਦਾ ਹੈ। ਅੱਲਾ ਹਾਫਿਜ਼।